ਅੱਜ ਆਪਾਂ ਜਿਸ ਵਿਸ਼ੇ 'ਤੇ ਗੱਲ ਕਰਨੀ ਆ ਉਹ ਵਿਸ਼ਾ ਤਾਂ ਸਿਰਫ ਇੰਨਾ ਹੀ ਆ ਕਿ ਧਾਰਮਿਕ ਸਥਾਨਾਂ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਕਿੰਨੀ ਕੁ ਉੱਚੀ ਹੋਣੀ ਚਾਹੀਦੀ ਹੈ, ਕਿ ਲਾਊਡ ਸਪੀਕਰ ਲਗਾਉਣੇ ਚਾਹੀਦੇ ਆ ਜਾਂ ਨਹੀਂ ਚਾਹੀਦੇ। ਇਸ ਦਾ ਇੱਕ ਵਿਸ਼ੇਸ਼ ਪ੍ਰਸੰਗ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਦੋ ਫਿਰਕਿਆਂ ਦੇ ਵਿੱਚ ਟਕਰਾਓ ਆ ਰਿਹਾ ਹੈ। ਇੱਕ ਦੂਸਰੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ, ਪੱਥਰਬਾਜ਼ੀ ਹੋ ਰਹੀ ਆ, ਹਿੰਸਕ ਝੜਪਾਂ ਹੋ ਰਹੀਆਂ ਨੇ, ਅਤੇ ਇਹ ਕੋਈ ਅਸਾਰ ਚੰਗੇ ਨਹੀਂ ਆ, ਇਹ ਕੋਈ ਸਥਿਤੀ ਚੰਗੀ ਨਹੀਂ ਆ। ਆਪਾਂ ਇਹ ਗੱਲ ਤਾਂ ਜਾਣਦੇ ਹਾਂ ਕਿ ਜਿਹੜਾ ਬਹੁ ਗਿਣਤੀ ਹੁੰਦੀ ਆ ਉਹ ਹਮੇਸ਼ਾ ਘੱਟ ਗਿਣਤੀ ਨੂੰ ਦਬਾ ਕੇ ਰੱਖਦੀ ਆ, ਚਾਹੇ ਘੱਟ ਗਿਣਤੀ ਨਸਲ ਪੱਖੋਂ ਘੱਟ ਗਿਣਤੀ ਹੋਵੇ, ਚਾਹੇ ਜਾਤ ਪੱਖੋਂ ਘੱਟ ਗਿਣਤੀ ਹੋਵੇ, ਚਾਹੇ ਧਰਮ ਪੱਖੋਂ ਘੱਟ ਗਿਣਤੀ ਹੋਵੇ, ਇੱਥੋਂ ਤੱਕ ਕਿ ਭਾਸ਼ਾ ਪ੍ਰਤੀ ਵੀ ਅਤੇ ਇੱਥੋਂ ਤੱਕ ਕਿ ਸੱਭਿਆਚਾਰਕ ਪੱਖੋਂ ਵੀ ਜਿਹੜੀ ਘੱਟ ਗਿਣਤੀ ਹੁੰਦੀ ਆ ਉਹਨੂੰ ਬਹੁ ਗਿਣਤੀ ਦਬਾ ਕੇ ਰੱਖਦੀ ਹੈ। ਅਤੇ ਇਸ ਗੱਲ ਕਹਿਣ ਦੇ ਵਿੱਚ ਵੀ ਕੋਈ ਹਰਜ ਨਹੀਂ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ ਵਿੱਚ ਜਿਹੜੀ ਬਹੁ ਗਿਣਤੀ ਆ ਉਹ ਘੱਟ ਗਿਣਤੀਆਂ ਨੂੰ ਵੱਖ-ਵੱਖ ਢੰਗਾਂ ਨਾਲ ਸਤਾ ਰਹੀ ਆ, ਦਬਾ ਰਹੀ ਆ। ਇਹ ਇੱਕ ਪ੍ਰੋਸੈਸ ਚੱਲ ਰਿਹਾ, ਉਹਦੀ ਤੇ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੀ ਹੈ। ਪਰ ਅੱਜ ਜਿਹੜਾ ਮਸਲਾ ਹੈ ਉਹ ਮਸਲਾ ਆਪਣੇ ਮੂਹਰੇ ਮੁੱਖ ਇਹ ਆ ਕਿ ਕਿਸੇ ਧਾਰਮਿਕ ਸਥਾਨ ਦੇ ਵਿੱਚ ਨਿਕਲਣ ਵਾਲੀ ਆਵਾਜ਼ ਕਿੰਨੀ ਕੁ ਉੱਚੀ ਹੋਣੀ ਚਾਹੀਦੀ। ਦੇਖੋ, ਜੇ ਅਸੀਂ ਸੰਵਿਧਾਨਕ ਤੌਰ 'ਤੇ ਦੇਖੀਏ ਤਾਂ ਮੰਨਿਆ ਜਾਂਦਾ ਹੈ ਕਿ ਭਾਰਤ ਦਾ ਸੰਵਿਧਾਨ ਹਰ ਵਿਅਕਤੀ ਨੂੰ ਆਪਣੇ ਵਿਸ਼ਵਾਸਾਂ ਅਨੁਸਾਰ, ਆਪਣੇ ਧਰਮ ਅਨੁਸਾਰ ਜ਼ਿੰਦਗੀ ਜੀਣ ਦਾ ਹੱਕ ਦਿੰਦਾ ਹੈ। ਨਿਸ਼ਚੇ ਹੀ ਕੁਦਰਤੀ ਜਿਹੜਾ ਨਿਆਂ ਦਾ ਸਿਧਾਂਤ ਆ ਉਹ ਵੀ ਇਹੀ ਕਹਿੰਦਾ, ਇਸ ਉੱਤੇ ਕਿਸੇ ਨੂੰ ਕਿੰਤੂ ਪ੍ਰੰਤੂ ਵੀ ਨਹੀਂ। ਪਰ ਮਸਲਾ ਇਹ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਧਰਮ ਦੇ ਪੂਜਾ ਪਾਠ ਕਰਦਿਆਂ ਜਾਂ ਆਪਣੇ ਧਰਮ ਦੀ ਕੋਈ ਖੁਸ਼ੀ ਮਨਾਉਂਦਿਆਂ ਜਾਂ ਆਪਣੇ ਧਰਮ ਦੀ ਕੋਈ ਰਹੁ ਰੀਤ ਕਰਦਿਆਂ ਦੂਸਰੇ ਦੇ ਵਿੱਚ ਅੜਿੱਕਾ ਬਣਦਾ ਹੈ, ਤਾਂ ਉਸ ਸਮੇਂ ਸਾਡਾ ਕੀ ਰਵੱਈਆ ਹੋਵੇ। ਮੋਟੇ ਤੌਰ 'ਤੇ ਗੱਲ ਇਹ ਹੈ ਕਿ ਸਾਰੇ ਹੀ ਧਾਰਮਿਕ ਸਥਾਨਾਂ ਵਿੱਚ ਪੂਜਾ ਪਾਠ ਹੁੰਦੀ ਹੈ। ਇਹ ਜਿਹੜੀ ਪੂਜਾ ਪਾਠ ਕਿਸੇ ਸਮੇਂ ਹੁੰਦੀ ਸੀ ਤਾਂ ਉਹ ਪੂਜਾ ਪਾਠ ਵਿਗਿਆਨਕ ਯੁੱਗ ਦੀ ਕਾਢ ਲਾਊਡ ਸਪੀਕਰ ਆਉਣ ਤੋਂ ਪਹਿਲਾਂ ਇਹ ਉਸ ਦਾਇਰੇ ਦੇ ਅੰਦਰ, ਚਾਰ ਦੀਵਾਰੀ ਦੇ ਅੰਦਰ ਜਾਂ ਨੇੜੇ ਨੇੜੇ ਰਹਿ ਜਾਂਦੀ ਸੀ। ਪਰ ਜਦੋਂ ਤੋਂ ਲਾਊਡ ਸਪੀਕਰ ਆਏ ਆ, ਉਹ ਕੋਈ ਵੀ ਧਾਰਮਿਕ ਸਥਾਨ ਹੋਵੇ, ਕਿਸੇ ਇੱਕ ਧਾਰਮਿਕ ਸਥਾਨ ਦਾ ਆਪਾਂ ਨਾਂ ਵੀ ਲਈਏ ਤਾਂ ਉਸ ਵਿੱਚੋਂ ਜਿਹੜੀ ਨਿਕਲਣ ਵਾਲੀ ਆਵਾਜ਼ ਆ ਉਹ ਬਹੁਤ ਦੂਰ ਤੱਕ ਜਾਂਦੀ ਹੈ, ਅਤੇ ਉਹਨਾਂ ਲੋਕਾਂ ਤੱਕ ਵੀ ਜਾਂਦੀ ਹੈ ਜਿਹੜੇ ਉਸ ਧਰਮ ਨੂੰ ਨਹੀਂ ਮੰਨਣ ਵਾਲੇ, ਇੱਥੋਂ ਤੱਕ ਉਹਨਾਂ ਦੇ ਘਰੇ ਵੀ ਪਹੁੰਚ ਜਾਂਦੀ ਜਿਹੜੇ ਕਿਸੇ ਵੀ ਧਰਮ ਨੂੰ ਨਹੀਂ ਮੰਨਣ ਵਾਲੇ। ਤਾਂ ਇਸ ਸਥਿਤੀ ਦੇ ਵਿੱਚ ਇੱਕ ਬੜੀ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਔਖੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਜ਼ਬਰਦਸਤੀ ਤੁਸੀਂ ਕਿਸੇ ਨੂੰ ਰੱਬ ਦਾ ਨਾਂ ਜਾਂ ਆਪਣੇ ਰੱਬ ਦਾ ਨਾਂ ਜਾਂ ਆਪਣੇ ਰੱਬ ਦੀ ਉਸਤਤ ਜ਼ਬਰਦਸਤੀ ਦੂਸਰੇ ਨੂੰ ਕਿਉਂ ਸੁਣਾਉਣਾ ਚਾਹੁੰਦੇ ਆ। ਪਿੰਡਾਂ ਦੇ ਵਿੱਚ ਸੁਬਾਹ ਸਵੇਰ ਸ਼ੁਰੂਆਤ ਹੀ ਨਿਸ਼ਚੇ ਹੀ ਗੁਰਦੁਆਰਾ ਸਾਹਿਬ ਤੋਂ ਲਾਊਡ ਸਪੀਕਰ ਦੇ ਨਾਲ ਅਨਾਊਂਸਮੈਂਟਾਂ ਨਾਲ ਹੁੰਦੀ ਹੈ। ਕੁਝ ਦੇਰ ਪਾਠ ਵੀ ਹੁੰਦਾ ਹੈ, ਪਰ ਲਗਾਤਾਰ ਅਨਾਊਂਸਮੈਂਟਸ ਹੁੰਦੀਆਂ ਰਹਿੰਦੀਆਂ। ਇਹੀ ਹਾਲ ਮੰਦਰਾਂ ਦੇ ਵਿੱਚ ਹੈ, ਇਹੀ ਹਾਲ ਮਸਜਿਦਾਂ ਦੇ ਵਿੱਚ ਹੈ। ਨਿਸ਼ਚੇ ਹੀ ਜਦੋਂ ਕਿਸੇ ਧਰਮ ਦੇ ਵਿੱਚ ਕੋਈ ਵੀ ਪੂਜਾ ਪਾਠ ਕੀਤਾ ਜਾਂਦਾ ਜਾਂ ਕੋਈ ਧਾਰਮਿਕ ਰਹੁ ਰੀਤ ਕੀਤੀ ਜਾਂਦੀ ਆ ਤਾਂ ਉਸ ਦੀ ਆਵਾਜ਼ ਉਸ ਦੀ ਚਾਰ ਦੀਵਾਰੀ ਵਿੱਚ ਸੀਮਤ ਰਹਿਣੀ ਚਾਹੀਦੀ ਹੈ। ਆਪਾਂ ਇਹ ਵੀ ਮੰਨ ਲਈਏ ਕਿ ਕੁਝ ਖਾਸ ਮੌਕੇ, ਸਾਲ ਵਿੱਚ ਇੱਕ ਜਾਂ ਦੋ ਮੌਕੇ ਤਾਂ ਅਜਿਹੇ ਹੋ ਸਕਦੇ ਨੇ ਕਿ ਜਦੋਂ ਉਹ ਭਾਈਚਾਰਾ ਆਪਣੀ ਖੁਸ਼ੀ, ਆਪਣੀ ਗਮੀ ਜਾਂ ਆਪਣਾ ਉਤਸ਼ਾਹ ਜਾਂ ਆਪਣੀ ਯਾਦ ਨੂੰ ਮਨਾਉਣ ਲਈ ਕੋਈ ਸਮਾਗਮ ਕਰਦਾ ਹੈ ਤਾਂ ਉਸ ਦੀ ਜਿਹੜੀ ਆਵਾਜ਼ ਆ ਉਹ ਚਾਰ ਦੀਵਾਰੀ ਤੋਂ ਬਾਹਰ ਆ ਜੇ। ਪਰ ਜਿਹੜੀ ਰੋਜ਼ ਬਾਹਰ ਆਉਂਦੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਅਤੇ ਇਸ ਉੱਪਰ ਭਾਰਤੀ ਜਿਹੜਾ ਕਾਨੂੰਨ ਆ ਉਹ ਸਿੱਧੇ ਢੰਗ ਨਾਲ ਤਾਂ ਕੁਝ ਨਹੀਂ ਕਹਿੰਦਾ, ਪਰ ਅਸਿੱਧੇ ਢੰਗ ਨਾਲ ਇਹ ਕਹਿੰਦਾ ਕਿ ਜੇ ਕੋਈ ਬੰਦਾ ਸ਼ਿਕਾਇਤ ਕਰੇ ਜਾ ਕੇ ਕਿ ਮੈਂ ਇਸ ਆਵਾਜ਼ ਨਾਲ ਤੰਗ ਹਾਂ, ਤਾਂ ਨਿਸ਼ਚੇ ਹੀ ਉਹ ਕਹਿੰਦੇ ਆ ਕਿ ਤੁਸੀਂ ਆਪਣੀ
ਆਵਾਜ਼ ਹੈ ਜਿਹੜੀ ਉਹ ਚਾਰ ਦੀਵਾਰੀ ਤੱਕ ਸੀਮਤ ਰੱਖੋ। ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਵਿੱਚ ਆਲੇ ਦੁਆਲੇ ਦਾ ਖਿਆਲ ਰੱਖਦਿਆਂ ਉਹਨਾਂ ਦੀ ਆਵਾਜ਼ ਹੈ ਜਿਹੜੀ ਸੀਮਿਤ ਕੀਤੀ ਜਾਂਦੀ ਹੈ। ਪਰ ਬਹੁਤ ਥਾਵਾਂ 'ਤੇ ਇੱਕ ਮੁਕਾਬਲੇਬਾਜ਼ੀ ਵੀ ਚੱਲਦੀ ਹੈ ਅਤੇ ਉਸ ਮੁਕਾਬਲੇਬਾਜ਼ੀ ਵਿੱਚ ਤਾਂ ਕਈ ਵਾਰ ਇੱਕੋ ਧਰਮ ਦੇ ਦੋ ਧਾਰਮਿਕ ਸਥਾਨਾਂ ਵਿੱਚ ਵੀ ਮੁਕਾਬਲੇਬਾਜ਼ੀ ਚੱਲਦੀ ਹੈ ਕਿ ਕਿਹਦੀ ਆਵਾਜ਼ ਉੱਚੀ ਹੈ। ਇੱਕ ਦੂਸਰੇ ਵੱਲ ਸਪੀਕਰ ਲਾ ਲਾ ਕੇ ਉੱਚੀ ਉੱਚੀ ਸੁਣਾਇਆ ਜਾਂਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਰੱਬ, ਅੱਲਾ, ਭਗਵਾਨ, ਗੋਡ ਬੋਲਾ ਕਿ ਜਿਸ ਨੂੰ ਸੁਣਾਉਣ ਲਈ ਉੱਚੀ ਉੱਚੀ ਆਵਾਜ਼ ਦੇ ਵਿੱਚ ਕੂਕਾਂ ਮਾਰੀਆਂ ਜਾਂਦੀਆਂ। ਨਿਸ਼ਚੇ ਹੀ ਭਗਵਾਨ ਜਾਂ ਰੱਬ ਜਾਂ ਗੋਡ ਜਾਂ ਅੱਲਾ ਜਾਂ ਬ੍ਰਹਮ ਨੂੰ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਲੋਕ ਆ ਜਿਹੜੇ ਅਜਿਹੀਆਂ ਕਾਰਵਾਈਆਂ ਕਰਦੇ ਆ। ਨਿਸ਼ਚੇ ਹੀ ਜਦੋਂ ਦੋ ਧਿਰਾਂ ਨੇ ਲੜਨਾ ਹੁੰਦਾ ਤਾਂ ਉਦੋਂ ਤਾਂ ਫਿਰ ਬਹਾਨਾ ਲੱਭਣਾ ਹੁੰਦਾ। ਇਹ ਬਹਾਨਾ ਉਹਨਾਂ ਲਈ ਬਹੁਤ ਵੱਡਾ ਹੈ। ਪਰ ਆਪਾਂ ਇੱਕ ਗੱਲ ਤਾਂ ਮੰਨੀਏ ਕਿ ਇਹ ਜਿਹੜਾ ਸ਼ੋਰ ਪ੍ਰਦੂਸ਼ਣ ਆ, ਜਿਹੜਾ ਵਿਅਕਤੀ ਉਸ ਆਵਾਜ਼ ਨੂੰ ਸੁਣਨਾ ਪਸੰਦ ਨਹੀਂ ਕਰਦਾ ਉਸ ਲਈ ਉਹ ਰੱਬੀ ਬੋਲ ਨਹੀਂ, ਉਹ ਸ਼ੋਰ ਪ੍ਰਦੂਸ਼ਣ। ਸ਼ੋਰ ਪ੍ਰਦੂਸ਼ਣ ਕੰਨਾਂ ਨੂੰ ਕਿਵੇਂ ਖਰਾਬ ਕਰਦਾ ਕਿ ਖਾਸ ਡੈਸੀਬਲ ਤੋਂ ਵੱਧ ਦੀ ਆਵਾਜ਼। ਸ਼ੋਰ ਪ੍ਰਦੂਸ਼ਣ ਆ ਜਿਹੜਾ ਉਹ ਮਾਨਸਿਕ ਤੌਰ 'ਤੇ ਕਿਵੇਂ ਤਣਾਅ ਵਿੱਚ ਲਿਆਉਂਦਾ। ਜਿਹੜਾ ਸ਼ੋਰ ਪ੍ਰਦੂਸ਼ਣ ਆ ਉਹ ਕਿਵੇਂ ਬੰਦੇ ਨੂੰ ਕਿਸੇ ਗੱਲ ਉੱਤੇ ਕੰਸਨਟਰੇਟ ਕਰਨ ਨਹੀਂ ਦਿੰਦਾ, ਧਿਆਨ ਨਹੀਂ ਕੇਂਦਰਿਤ ਕਰਨ ਦਿੰਦਾ। ਇਹ ਇੱਕ ਵੱਖਰਾ ਮਸਲਾ ਹੈਗਾ। ਨਿਸ਼ਚੇ ਹੀ ਸਾਨੂੰ ਇਸ ਗੱਲ ਵੱਲ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਕੋਈ ਵੀ ਧਾਰਮਿਕ ਸਥਾਨ ਹੋਵੇ ਉਸ ਦੀ ਆਵਾਜ਼ ਕਿਸੇ ਵੀ ਹਾਲਤ ਵਿੱਚ ਉਸ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਧਾਰਮਿਕ ਅਸਥਾਨਾਂ 'ਤੇ ਹੁੰਦੇ ਸ਼ੋਰ ਪ੍ਰਦੂਸ਼ਣ ਉੱਤੇ ਉਹੀ ਨਿਯਮ ਲਾਗੂ ਹੁੰਦੇ ਨੇ ਜੋ ਆਮ ਸ਼ੋਰ ਪ੍ਰਦੂਸ਼ਣ 'ਤੇ ਲਾਗੂ ਹੁੰਦੇ ਨੇ। ਇਸ ਦੀ ਅੰਗਰੇਜ਼ੀ ਇਸ ਪ੍ਰਕਾਰ ਹੈ। The principal rules were published in the Gazette of India, Wide SO 123E, dated 14th February 2000, and subsequently amended Wide SO 1046E, dated 22nd November 2000, SO 1088E, dated 11 October 2002, SO 1569E, dated 19th September 2006, and SO 50E, dated 11 January 2010, under the Environment Protection Act 1986। ਇਸ ਦਾ ਪੰਜਵਾਂ ਨਿਯਮ ਮਹੱਤਵਪੂਰਨ ਹੈ। Restrictions on the use of loudspeakers, public address system, and sound producing instruments. Point number 1. A loudspeaker or a public address system shall not be used except after obtaining written permission from the authority. Point number 2. A loudspeaker or a public address system or any sound producing instrument or a musical instrument or a sound amplifier shall not be used at night time except in closed premises for communication within, like auditoria, conference rooms, community halls, banquet halls, or during public emergency. Point number 3. Notwithstanding anything contained in sub-rule 2, the state government may subject to such terms and conditions as are necessary to reduce noise pollution, permit use of loudspeakers or public address system and the like during night hours between 10 p.m. to 12 midnight on or during any cultural or religious festive occasion of a limited duration not exceeding 15 days in all during a calendar year. The concerned state government shall generally specify in advance the number and particulars of the day on which such exemption would be operative.